ਹਾਂਜੀ ਸਾਥੀਓ, ਮੈਂ ਹਾਂ ਤੁਹਾਡਾ ਆਪਣਾ ਸਾਥੀ ਰਣਜੀਤ ਰਾਣਾ। ਮੇਰੇ ਵੱਲੋਂ ਲਾਲ ਸਲਾਮ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋ ਰਿਹਾ ਆਪਣੇ ਵਾਰਤਾ ਦੀ ਅਗਲੀ ਕੜੀ ਲੈ ਕੇ, ਐਪੀਸੋਡ ਨੰਬਰ 27। ਸੋ ਇਸ ਗੱਲ ਨੂੰ ਆਪਾਂ ਅੱਗੇ ਸ਼ੁਰੂ ਕਰਾਂਗੇ ਜਿੱਥੋਂ ਆਪਾਂ ਪਿਛਲੇ ਸਮੇਂ ਆਪਣੀ ਵਾਰਤਾ ਖਤਮ ਕੀਤੀ ਸੀ ਕਿ ਪ੍ਰਿਥੀਪਾਲ ਰੰਧਾਵਾ ਦੇ ਸ਼ਹਾਦਤ ਤੋਂ ਮਗਰੋਂ ਉੱਥੇ PAU ਦੇ ਵਿੱਚ ਕਿਹੋ ਜਿਹੇ ਹਾਲਾਤ ਪੈਦਾ ਹੋਏ ਸੀ ਅਤੇ ਕਿਹੋ ਜਿਹਾ ਰਿਸਪੌਂਸ ਸੀ। ਅਤੇ ਇੱਕ ਦੋ ਸਵਾਲ ਸਾਥੀ ਨਵਜੀਤ ਦੇ ਆਏ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਪੁੱਛਿਆ ਸੀਗਾ। ਪਹਿਲਾ ਸਵਾਲ ਤਾਂ ਇਹ ਵੀ ਸਮਰ ਵਿੱਚ ਸਾਡੇ ਮਹਿਬੂਬ ਸਾਥੀ ਪ੍ਰਿਥੀਪਾਲ ਰੰਧਾਵਾ ਦਾ ਕਤਲ ਕਰਨਾ ਕੀ ਕੋਈ ਸਮਰ ਸਿਲੈਕਟ ਕਰਨਾ ਇੱਕ ਸਾਜ਼ਿਸ਼ ਸੀ, ਜਾਂ ਉਹਨਾਂ ਨੇ ਸਮਰ ਦਾ ਪੀਰੀਅਡ ਕਿਉਂ ਸਿਲੈਕਟ ਕੀਤਾ। ਮੇਰਾ ਖਿਆਲ ਹੈ ਵੀ ਇਹ ਰੈਲੇਵੈਂਟ ਹੈ ਕਿ ਸਮਰ ਦਾ ਪੀਰੀਅਡ ਉੱਥੇ ਗਿਣਤੀ ਘੱਟ ਹੁੰਦੀ ਹੈ ਅਤੇ ਚਾਂਸ ਕੁਛ ਜ਼ਿਆਦਾ ਹੋ ਸਕਦੇ ਆ। ਸੋਚਿਆ ਜਾ ਸਕਦਾ ਕਿ ਇਸ ਕਰਕੇ ਉਹਨੇ ਸਿਲੈਕਟ ਕੀਤਾ ਹੋਵੇ, ਲੇਕਿਨ ਇੱਕ ਸੀਕੁਐਂਸ ਦੇ ਵਿੱਚ ਵੀ ਇਹੀ ਗੱਲ ਹੁੰਦੀ ਹੈ ਕਿ ਜਿਹੜਾ ਜਿਸ ਤਰ੍ਹਾਂ ਉਹਦੇ ਵਿੱਚ ਮੇਰਾ ਖਿਆਲ ਫਰਵਰੀ ਦੇ ਵਿੱਚ ਉਸ ਨੂੰ ਬੇਅੰਤ ਨੂੰ ਕੁੱਟਿਆ ਗਿਆ ਸੀਗਾ, ਉਸ ਤੋਂ ਮਗਰੋਂ ਰਿਕਵਰ ਹੋਣ ਦੇ ਵਿੱਚ ਉਹਨਾਂ ਦਿਨਾਂ 'ਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਹੋਰ ਬੰਦੇ ਬੁਲਾ ਕੇ ਬਾਹਰੋਂ ਡਰਾਉਣ ਦੀ ਜ਼ਿਆਦਾ ਸੀ, ਅਤੇ ਜੇ ਹੋ ਸਕਦਾ ਵੀ ਉਹਨਾਂ ਨੂੰ ਇਸ ਤਰ੍ਹਾਂ ਇਕੱਲਾ ਮਿਲ ਜਾਂਦਾ ਕਿ ਕੋਈ ਵੀ ਆਦਮੀ ਤਾਂ ਉਹ ਐਕਸ਼ਨ ਵੀ ਕੋਈ ਕਰਦੇ, ਪਰ ਉਦੋਂ ਉਹ ਕਾਮਯਾਬ ਨਹੀਂ ਹੋਏ। ਅਤੇ ਜਿਹਦਾ ਮੇਰਾ ਖਿਆਲ ਵੱਡਾ ਕਾਰਨ ਇਹ ਸੀਗਾ ਕਿ ਆਪਣੇ ਸਾਰੇ ਸਾਥੀ ਉਦੋਂ ਗਾਰਡ ਦੇ ਉੱਪਰ ਸੀਗੇ, ਇਸ ਗੱਲ ਤੋਂ ਚੌਕਸ ਸੀ ਕਿ ਕੋਈ ਵੀ ਘਟਨਾ ਵਾਪਰ ਸਕਦੀ ਹੈ, ਅਤੇ ਉਹ ਸਿਚੁਏਸ਼ਨਾਂ ਪੈਦਾ ਹੋਈਆਂ ਵੀ। ਪਰ ਮੇਰਾ ਖਿਆਲ ਹੈ ਕਿ ਉਹਨਾਂ ਲਈ ਸਮਰ ਦਾ ਟਾਈਮ ਬਿਹਤਰ ਸਾਬਤ ਹੋਇਆ, ਕਿਉਂਕਿ ਉਦੋਂ ਬੇਅੰਤ ਵੀ ਰਿਕਵਰ ਕਰ ਚੁੱਕਾ ਸੀ ਅਤੇ ਉਹਨਾਂ ਦੀ ਸ਼ਾਇਦ ਸਿਲੈਕਸ਼ਨ ਵੀ ਇਹ ਸੀਗੀ ਕਿ ਸਮਰ ਵਿੱਚ ਘੱਟ ਹੋਏਗੀ ਗਿਣਤੀ ਉੱਥੇ ਸਟੂਡੈਂਟਸ ਦੀ। ਤੁਹਾਡਾ ਦੂਜਾ ਸਵਾਲ ਸੀ ਕਿ ਉਸ ਤੋਂ 3-4 ਸਾਲ ਬਾਅਦ ਸਾਡਾ ਸਾਥੀ ਪਿਆਰਾ ਸਿੰਘ ਜਿਸ ਦੀ ਸ਼ਹਾਦਤ ਹੋਈ, ਵੀ ਇਹਨਾਂ ਦੋਨਾਂ ਦਾ ਆਪਸ ਵਿੱਚ ਕੋਈ ਲਿੰਕ ਹੈ। ਇਸ ਨੂੰ ਅਗਰ ਤਾਂ ਡਾਇਰੈਕਟ ਤੌਰ 'ਤੇ ਕਹੀਏ ਵੀ ਬੇਅੰਤ ਹੋਣਾ ਦਾ ਕੋਈ ਉਹ ਜਿਹੜੇ ਦੂਸਰੇ ਸੀਗੇ ਉਹ ਕੋਈ ਡਾਇਰੈਕਟ ਲੱਗਦੇ ਸੀ ਜਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਸੀ, ਇਹੋ ਜਿਹੀ ਤਾਂ ਗੱਲ ਨਹੀਂ, ਜਾਂ ਉਸ ਗਰੁੱਪ 'ਚੋਂ ਸੀ, ਐਂ ਵੀ ਨਹੀਂ ਸੀ। ਰਾਦਰ ਇਹ ਹੈ ਬੇਅੰਤ ਹੋਣਾ ਤੋਂ ਆਪੋਜ਼ਿਟ ਗਰੁੱਪ ਦੇ ਪਿਆਰੇ ਦੇ ਵਿੱਚ ਮਾਮਲੇ 'ਚ ਮੁਕਤਸਰ ਗਰੁੱਪ ਦੇ ਬੰਦੇ ਸ਼ਾਮਲ ਸੀ, ਜਿਹੜੇ ਬੇਅੰਤ ਦੇ ਗਰੁੱਪ ਦੇ ਉਲਟ ਸੀਗੇ, ਜਿੱਥੋਂ ਇਹ ਗੱਲਾਂ ਮੁੱਢਲੇ ਤੌਰ 'ਤੇ ਲੜਾਈ ਦੀਆਂ ਸ਼ੁਰੂ ਹੋਈਆਂ। ਅਤੇ ਉਹਨਾਂ ਨਾਲ ਕੁਛ ਹੋਰ ਵੀ ਰਲੇ ਹੋਏ ਸੀ। ਮੋਟੇ ਤੌਰ 'ਤੇ ਮੈਂ ਤੁਹਾਨੂੰ ਇਹ ਗੱਲ ਕਹਿ ਸਕਦਾ ਵੀ ਉਹ ਇੱਕ ਗੁੰਡਾਗਰਦੀ ਦੀ ਲੀਗੇਸੀ ਸੀ, ਜਿਹੜੀ ਸਟੇਟ ਦੇ ਅੰਡਰ ਅਤੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਪ੍ਰਿਥੀਪਾਲ ਸਿੰਘ ਦੇ ਅੰਡਰ PAU ਦੇ ਵਿੱਚ ਅਤੇ PSU ਦੇ ਉਲਟ ਪਨਪਦੀ ਸੀ। ਅਤੇ ਇਹ ਇੱਕ ਗੁੰਡਿਆਂ ਦਾ ਨਵਾਂ ਗਰੁੱਪ ਪੈਦਾ ਹੋਇਆ ਸੀ, ਜਿਨ੍ਹਾਂ ਦੀਆਂ ਸਾਰੀਆਂ ਹਰਕਤਾਂ 2-4 ਨੂੰ ਛੱਡ ਕੇ, 1-2 ਨੂੰ ਇਹਨਾਂ 'ਚੋਂ ਮੁਕਤਸਰ ਵਾਲਿਆਂ ਨੂੰ ਛੱਡ ਕੇ, ਉਹਨਾਂ ਦਾ ਸਾਰਾ ਮੋਡਸ ਆਪਰੈਂਡੀ ਕਬਜ਼ਿਆਂ 'ਤੇ ਜਾਣਾ, ਲੁਧਿਆਣੇ ਦੇ ਬਾਕੀ ਗੁੰਡਾ ਗਰੁੱਪਾਂ ਨਾਲ ਉਹਨਾਂ ਦਾ ਤਾਲਮੇਲ ਹੋਣਾ, GNE 'ਚ ਉਹਨਾਂ ਦਾ ਗੜ੍ਹ ਹੋਣਾ, ਇਹ ਸਾਰੀਆਂ ਗੱਲਾਂ ਉਹਨਾਂ ਦੇ ਵਿੱਚ ਸੀਗੀਆਂ। ਸੋ ਇਹ ਇੱਕ ਨਵੀਂ ਪੁਸ਼ਤ ਗੁੰਡਾ ਗਰੁੱਪਾਂ ਦੀ ਜਿਹੜੀ ਤਿਆਰ ਕੀਤੀ ਹੋਈ ਸੀ PAU 'ਚ, ਉਹ ਸੀ। ਅਤੇ ਇਹ ਮੇਰੇ ਦੇਖਣ ਦੇ ਵਿੱਚ ਜਿਹੜੇ ਪਿਆਰੇ ਦੇ ਮਾਮਲੇ ਵਿੱਚ ਇਹ ਸਨ 83 ਦੀ ਗੱਲ ਹੈ, ਅਤੇ ਇਹ ਮੇਰੇ ਦੇਖਣ ਦੇ ਵਿੱਚ ਤੀਜੀ ਪੁਸ਼ਤ ਸੀ ਗੁੰਡਿਆਂ ਦੀ, ਜਿਹੜੀ PAU ਦੇ ਵਿੱਚ PSU ਦੇ ਉਲਟ ਖੜ੍ਹੀ ਕੀਤੀ ਗਈ ਡਾਇਰੈਕਟਰ ਵੱਲੋਂ ਅਤੇ ਸਟੇਟ ਵੱਲੋਂ। ਸੋ ਦੂਸਰੇ ਪਾਸੇ ਵੀ
PSU ਦੀ ਲੀਗੇਸੀ ਸੀ ਪਿਆਰੇ ਨਾਲ, ਅਤੇ ਜਿਹੜਾ ਕਿ ਸਿੱਧਾ ਲਿੰਕ ਤਾਂ ਪ੍ਰਿਤੀਪਾਲ ਦੇ ਨਾਲ ਉਸ ਤਰ੍ਹਾਂ ਆਪਾਂ ਨਾ ਬਣਾਈਏ, ਕਿਉਂਕਿ ਪਿਆਰਾ ਬਹੁਤ ਯੰਗ ਸੀ ਜਦੋਂ ਇਹ ਯੂਨੀਵਰਸਿਟੀ 'ਚ ਇਹ ਘਟਨਾ ਵਾਪਰੀ ਹੈ ਪ੍ਰਿਤੀਪਾਲ ਰੰਧਾਵੇ ਵਾਲੀ। ਅਤੇ ਪਿਆਰਾ MSc ਦਾ ਸਟੂਡੈਂਟ ਸੀ ਜਦੋਂ ਪਿਆਰੇ ਵਾਲੀ ਘਟਨਾ ਵਾਪਰੀ ਆ। ਹਾਂ, ਪਿਆਰਾ ਇਹ ਸਾਰਾ ਐਪੀਸੋਡ ਹੈ ਜਿਹੜਾ ਇੱਕ ਪਾਸੇ PSU ਦੀ ਲੀਗੇਸੀ ਨੂੰ ਰਿਪਰੈਜ਼ੈਂਟ ਕਰਦਾ ਸੀ, ਅਤੇ ਦੂਸਰੇ ਪਾਸੇ ਜਿਹੜਾ ਗੁੰਡਾ ਗਰੁੱਪ ਸੀ ਉਹ ਸਟੇਟ ਅਤੇ PU ਡਾਇਰੈਕਟਰ ਦੀ ਲੀਗੇਸੀ ਨੂੰ ਰਿਪਰੈਜ਼ੈਂਟ ਕਰਦਾ ਸੀ। ਲੀਗੇਸੀਸ ਦੇ ਲੈਵਲ 'ਤੇ ਇਹ ਕਨੈਕਸ਼ਨ ਡੂੰਘਾ, ਬਹੁਤ ਡੂੰਘਾ। ਲੇਕਿਨ ਜੇ ਆਪਾਂ ਜਾਤੀ ਦੇ ਤੌਰ 'ਤੇ ਲਾਈਏ ਕਿ ਉਹ ਉਹਨਾਂ ਦਾ ਰਿਸ਼ਤੇਦਾਰ ਸੀ ਜਾਂ ਉਹਨਾਂ ਦਾ, ਇਸ ਤਰ੍ਹਾਂ ਨਹੀਂ ਸੀ। ਸੋ ਅੰਡਰ ਦਾ ਕਰੰਟ ਇਹ ਸਾਰਾ ਕੁਛ ਜੁੜਿਆ ਹੋਇਆ ਸੀਗਾ ਦੋਨਾਂ ਪਾਸਿਆਂ ਤੋਂ। ਸੋ ਸਾਥੀਓ, ਆਪਾਂ ਇਸ ਤੋਂ ਅਗਲੇ ਐਪੀਸੋਡ ਸ਼ੁਰੂ ਕਰਦੇ ਹਾਂ। ਇਹ ਐਪੀਸੋਡ ਨੰਬਰ ਹੋਏਗਾ ਅੱਜ 27, ਅਤੇ ਇਹਦੇ ਵਿੱਚ ਕੁਛ ਜੋ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਗੱਲਾਂ ਕੀਤੀਆਂ ਸੀ ਕਿ PAU 'ਚ ਕਿਸ ਤਰ੍ਹਾਂ ਮੌਕੇ ਦੀ ਮੌਕੇ ਐਕਸਪਲੋਸਿਵ ਸਿਚੁਏਸ਼ਨਸ ਪੈਦਾ ਹੋ ਜਾਂਦੀਆਂ ਸੀ, ਅਤੇ ਉਹਦੇ ਵਿੱਚ ਸਪੈਸ਼ਲੀ ਮੈਨੂੰ ਯਾਦ ਹੈ ਸਤਵੰਤ ਹੋਣਾ ਵੱਲੋਂ ਮੈਨੂੰ ਇਹ ਮੈਸੇਜ ਆਇਆ ਸੀ ਕਿ ਸਾਡੇ ਕੋਲ ਕੋਈ ਬੰਦਾ ਚਾਹੀਦਾ ਜੋ ਮੌਕੇ 'ਤੇ ਡਿਸੀਜ਼ਨ ਲੈ ਸਕੇ। ਇਹ ਬਹੁਤ ਕਰੂਸ਼ੀਅਲ ਸਟੇਟਮੈਂਟ ਆ ਅਤੇ ਕਰੂਸ਼ੀਅਲ ਰਿਕੁਆਇਰਮੈਂਟ ਵੀ ਹੈ ਕਿ ਤੁਹਾਡਾ ਸਟਰਕਚਰਡ ਉੱਥੇ ਇੱਕ ਇਹੋ ਜਿਹਾ ਸਿਸਟਮ ਹੋਣਾ ਚਾਹੀਦਾ ਸੀ ਕਿ ਜੋ ਮੌਕੇ 'ਤੇ ਫੈਸਲਾ ਲੈ ਸਕੇ। ਲੇਕਿਨ ਉਸ ਦੇ ਫੈਸਲੇ ਕਿਸੇ ਹੋਰ ਜਗ੍ਹਾ ਹੁੰਦੇ ਸੀ, ਅਤੇ ਜੋ PAU ਦੇ ਵਿੱਚ ਬੰਦੇ ਸਾਰੀ ਸਿਚੁਏਸ਼ਨ ਨੂੰ ਕਨਫਰੰਟ ਕਰ ਰਹੇ ਸੀਗੇ, ਉਹਨਾਂ ਕੋਲ ਡਿਸੀਜ਼ਨ ਲੈਣ ਦੀ ਪਾਵਰ ਨਹੀਂ ਸੀ। ਅਤੇ ਕੁਛ ਚੀਜ਼ਾਂ ਮੈਨੂੰ ਯਾਦ ਆ ਵੀ ਮੈਂ ਕਨਵੇ ਕੀਤੀਆਂ ਅਤੇ ਹੋਰਾਂ ਸੋਰਸਿਸ ਤੋਂ ਵੀ ਕਨਵੇ ਹੋਈਆਂ ਹੋਣੀਆਂ। ਤਾਂ ਨਰਿੰਦਰ ਚਾਹਲ ਵੀ PAU ਆ ਕੇ ਰੈਲੀਆਂ ਉਸਨੇ ਕਰਵਾਈਆਂ, ਕੁਛ ਮੁਜ਼ਾਹਰੇ ਕਰਵਾਏ, ਅਤੇ ਸ਼ਾਇਦ ਇੱਕ ਦੋ ਹੋਰ ਵੀ ਲੀਡਰ ਬਾਹਰੋਂ ਆਏ ਹੋਣ। ਲੇਕਿਨ ਮੋਰ ਔਰ ਲੈਸ ਇਹ ਰਿਹਾ ਉਹੀ ਸਟੇਟਸ ਕੋਈ ਰਿਹਾ ਵੀ ਜਿਹਦੇ ਵਿੱਚ ਸਤਵੰਤ, ਸੁਰਿੰਦਰ ਚਾਹਲ ਅਤੇ ਗੁਰਮੇਲ ਜਵਾਹਰ, ਜੋ ਪੁਰਾਣਾ ਗਰੁੱਪ ਸੀਗਾ PSU ਦਾ ਪ੍ਰਿਤੀਪਾਲ ਰੰਧਾਵੇ ਦੇ ਨਾਲ ਸਾਰਾ ਜੁੜਿਆ ਹੋਇਆ, ਜਸਪਾਲ ਵੀ ਉਹਦੇ 'ਚੋਂ, ਉਹੀ ਉਸ ਨੂੰ ਲੀਡ ਕਰਦਾ ਸੀਗਾ। ਅਤੇ ਇਹਦੇ ਵਿੱਚ ਇੱਕ ਡਰਾਬੈਕ ਸਾਹਮਣੇ ਆਈ ਸੀ ਜੋ ਸਿਚੁਏਸ਼ਨਸ ਪੈਦਾ ਹੋ ਰਹੀਆਂ ਸੀ। ਅਤੇ ਹੌਲੀ ਹੌਲੀ ਕਿਉਂਕਿ ਛੁੱਟੀਆਂ ਦਾ ਸਮਾਂ ਸੀ ਅਤੇ ਹੋਸਟਲ ਵੀ ਬੰਦ ਕਰ ਦਿੱਤੇ ਗਏ ਸੀਗੇ, ਖਾਸ ਕਰਕੇ 1 ਨੰਬਰ 2 ਨੰਬਰ, ਅਤੇ ਜੋ PAU ਦੇ ਵਿੱਚ PSU ਦੇ ਸਟੂਡੈਂਟ ਸੀਗੇ ਉਹਨਾਂ ਦਾ ਡੇਰਾ ਬਦਲ ਕੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਚਲਾ ਗਿਆ, ਜਿਹਦੇ ਵਿੱਚ ਕੁਛ ਸਟੂਡੈਂਟ ਡਿਗਰੀ ਹੋਸਟਲਸ ਵੱਲ ਸੀਗੇ ਅਤੇ ਕੁਛ ਡਿਪਲੋਮੇ ਹੋਸਟਲਸ ਵੱਲ ਸੀਗੇ। ਸਾਰੇ ਸਟੂਡੈਂਟ ਉਹੀ ਸੀਗੇ, ਅਤੇ ਜਿੱਥੋਂ ਫੰਡ ਰੇਜ਼ਿੰਗ ਦੀ ਇੱਕ ਬਹੁਤ ਵੱਡੀ ਮੁਹਿੰਮ ਚੱਲੀ, ਅਤੇ ਉਹਦੇ ਵਿੱਚ ਸੁਰਿੰਦਰ ਚਾਹਲ, ਸਤਵੰਤ, ਜਵਾਹਰ, ਜਸਪਾਲ ਅਤੇ ਗੋਗੀ, ਮੇਰਾ ਖਿਆਲ ਹਰਵਿੰਦਰ ਭੱਟੀ ਵੀ ਉਹਦੇ ਵਿੱਚ ਇਨਵੋਲਡ ਸੀ, ਅਤੇ ਹੋਰ ਜੋ ਵੀ ਲੁਧਿਆਣੇ ਦੇ PSU ਦੇ ਕਾਰਕੁਨ ਸੀਗੇ ਉਹ ਸਾਰੇ ਇਸ ਗੱਲ ਦੇ ਵਿੱਚ ਇਨਵੋਲਡ ਸੀ। ਅਤੇ ਸੁਰਿੰਦਰ ਚਾਹਲ ਦੇ ਦੱਸਣ ਅਨੁਸਾਰ ਵੀ ਇੰਨਾ ਜ਼ਬਰਦਸਤ ਹੁੰਗਾਰਾ ਸੀ ਕਿ ਕਈਆਂ ਥਾਵਾਂ 'ਤੇ ਤਾਂ ਲੋਕਾਂ ਨੂੰ ਜਦੋਂ ਫੰਡ ਰੇਜ਼ਿੰਗ ਦਾ ਪਤਾ ਲੱਗਿਆ ਕਿ ਇਹ ਪ੍ਰਿਤੀਪਾਲ ਰੰਧਾਵੇ ਵਾਸਤੇ ਫੰਡ ਰੇਜ਼ ਕਰ ਰਹੇ ਆ, ਤਾਂ ਉਹਨਾਂ ਕੋਲ ਜਿੰਨੇ ਪੈਸੇ ਸੀਗੇ, ਕੁਛ ਦੁਕਾਨਦਾਰਾਂ ਵੱਲੋਂ ਵੀ ਜਿੰਨੇ ਪੈਸੇ ਉਹਨਾਂ ਦੇ ਗੱਲੇ 'ਚ ਪਏ ਸੀ, ਉਹਨਾਂ ਨੇ ਸਾਰੇ ਹੀ ਉਹਨਾਂ ਨੂੰ ਦੇ ਦਿੱਤੇ। 2 ਘਟਨਾਵਾਂ ਦਾ ਇਹ ਖਾਸ ਕਰਕੇ ਸੁਰਿੰਦਰ ਨੇ ਮੇਰੇ ਕੋਲ ਜ਼ਿਕਰ ਕੀਤਾ ਕਿ ਜਿਨ੍ਹਾਂ ਨੇ ਇਹ ਵੀ ਕਿਹਾ ਵੀ ਤੁਹਾਨੂੰ ਹੋਰ ਜਿੰਨੇ ਵੀ ਲੋੜ ਹੈਗੇ ਆ ਉਹ ਪੈਸੇ ਸਾਡੇ ਕੋਲੋਂ ਲੈ ਜਾਓ, ਅਤੇ ਵੀ ਇਹ ਬਚਣੇ ਨਹੀਂ ਚਾਹੀਦੇ ਜੋ ਜਿਨ੍ਹਾਂ ਨੇ ਇਹ ਹਰਕਤ ਕੀਤੀ ਆ ਸਾਡੇ ਮਹਿਬੂਬ ਸਾਥੀ ਨੂੰ ਬੇਰਹਿਮੀ ਨਾਲ ਕਤਲ ਕਰਨ ਦੀ। ਸੋ ਸੁਰਿੰਦਰ ਚਾਹਲ ਦੇ ਦੱਸਣ ਅਨੁਸਾਰ ਵੀ ਕਹਿੰਦਾ ਵੀ ਸਾਡੀ ਜੇਬ ਦੇ ਵਿੱਚ ਇੱਕ ਦਿਨ ਕਈ ਹਜ਼ਾਰ ਰੁਪਈਆ ਇਕੱਠਾ ਕੀਤਾ ਹੋਇਆ ਸੀ ਫੰਡ ਵਾਸਤੇ, ਅਤੇ ਅਸੀਂ ਕਹਿੰਦਾ ਵੀ ਚਾਹ ਪੀਣ ਲੱਗੇ, ਸਤਵੰਤ, ਸੁਰਿੰਦਰ ਚਾਹਲ
ਤੇ ਸ਼ਾਇਦ ਨਾਲ ਵੀ ਹੋਰ ਕੋਈ ਹੋਣ, ਤੇ ਲੇਕਿਨ ਚਾਹ ਪੀਣ ਲਈ ਪੈਸੇ ਹੈ ਨਹੀਂ ਸੀ। ਤਾਂ ਜਦੋਂ ਇਹਨਾਂ ਨੇ ਉਹ ਪੈਸੇ ਦੇਖ ਕੇ ਤੇ ਔਡਰ ਕੀਤਾ ਤਾਂ ਚਾਹ ਦੇ ਨਾਲ ਕੁਛ ਮੱਠੀਆਂ ਖਾਣ ਨੂੰ ਜੀ ਕੀਤਾ ਇਹਨਾਂ ਦਾ, ਤੇ ਇੱਕ ਮੱਠੀ ਜੋਗੇ ਪੈਸੇ ਸੀ, ਤੇ ਉਹਨਾਂ ਨੇ ਇੱਕ ਮੱਠੀ ਜਿਹੜੀ ਸੀਗੀ ਉਹ ਅੱਧੀ ਅੱਧੀ ਕਰ ਲਈ। ਸੋ ਇਸ ਜ਼ਬਤ ਦੇ ਵਿੱਚ ਰਹਿ ਕੇ ਤੇ ਇਸ ਡੈਡੀਕੇਸ਼ਨ ਦੇ ਵਿੱਚ ਰਹਿ ਕੇ ਉਹਨਾਂ ਨੇ ਮਗਰੋਂ ਇੰਨੀ ਤਨਦੇਹੀ ਨਾਲ ਕੰਮ ਕੀਤਾ ਤੇ ਤਨਦੇਹੀ ਨਾਲ ਫੰਡ ਇਕੱਠਾ ਕੀਤਾ। ਬਾਕੀ ਜੋ 100% ਡੈਡੀਕੇਸ਼ਨ ਸੀਗੀ। ਤੇ ਉਹਨਾਂ ਦਿਨਾਂ 'ਚ ਇੱਕ ਹੋਰ ਚੀਜ਼ ਦੇਖਣ ਦੇ ਵਿੱਚ ਆਈ, ਕਿਉਂਕਿ ਅਸੀਂ ਟੀਚਰਸ ਦੇ ਵਿੱਚ ਸੀ ਉਦੋਂ, ਤੇ ਰੋਜ਼ ਆਉਂਦੇ ਜਾਂਦੇ ਉਹ ਦੇਖਦੇ ਸੀ ਕਿ ਡਾਇਰੈਕਟਲੀ ਤਾਂ ਡੇਲੀ ਬੇਸਿਸ 'ਤੇ ਤਾਲਮੇਲ ਸਟੂਡੈਂਟਸ ਦੇ ਨਾਲ ਨਹੀਂ ਸੀਗਾ। ਤਾਂ PAU ਦੇ ਵਿੱਚ ਅਤੇ ਲੁਧਿਆਣੇ ਦੇ ਵਿੱਚ ਨਾਅਰਿਆਂ ਦਾ ਹੜ੍ਹ ਆਇਆ ਹੋਇਆ ਸੀ ਪ੍ਰਿਥੀਪਾਲ ਸੰਬੰਧੀ, ਜਿਹਦੇ ਵਿੱਚ ਪਿਰਥੀ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ, ਪਿਰਥੀ ਖੋ ਕੇ ਲਾ ਲਿਆ ਜ਼ੋਰ, ਉਸ ਦੇ ਵਾਰਸ ਲੱਖਾਂ ਹੋਰ। ਫਿਰ ਕੁਛ ਹੋਰ ਸੁਰਿੰਦਰ ਚਾਹਲ ਨੇ ਵੀ ਨਾਅਰੇ ਆਪਣੇ ਗਰੁੱਪ ਦੇ ਵਿੱਚ ਸ਼ੇਅਰ ਕੀਤੇ ਸੀ। ਮੇਰੇ ਹੁਣ ਤਕਰੀਬਨ ਉਹ ਮਾਈਂਡ ਤੋਂ ਬਾਹਰ ਨੇ ਵੀ ਕਿਹੜੇ ਕਿਹੜੇ ਸੀ, ਲੇਕਿਨ ਇਸ ਲਾਈਨ ਦੇ ਵਿੱਚ ਸੀਗੇ ਕਿ ਪਿਰਥੀ ਤੇਰੀ ਕਾਤਲ ਸੁੱਕੇ ਜਾਣ ਨਹੀਂ ਦੇਣੇ, ਕੁਛ ਇਸ ਤਰ੍ਹਾਂ ਦੇ ਸੀ, ਜਿਹੜਾ ਕਿ ਹਰ ਥਾਂ 'ਤੇ ਬੜੀ ਬਹੁਤ ਖੁਸ਼ਕੱਤੀ ਦੇ ਵਿੱਚ ਮੇਰੀ ਇਨਕੁਆਰੀ 'ਤੇ ਮੈਨੂੰ ਪਤਾ ਲੱਗਿਆ ਵੀ ਇਹਦੇ 'ਚ ਦੋ ਇੰਨੀ ਸੋਹਣੀ ਲਿਖਾਈ ਲਿਖਣ ਵਾਲੇ ਸੁਰਿੰਦਰ ਚਾਹਲ ਅਤੇ ਬਲਬੀਰ, ਇਹ ਦੋਨੇ ਸੀਗੇ ਜਿਹੜੇ ਨਾਅਰੇ ਲਿਖਦੇ ਸੀਗੇ। ਅਤੇ ਖੈਰ ਸਾਰੇ ਲਿਖਦੇ ਸੀ, ਲੇਕਿਨ ਇਹਨਾਂ ਦੋਨਾਂ ਦੀ ਲਿਖਾਈ ਬਹੁਤ ਸੋਹਣੀ ਸੀਗੀ। ਸੋ ਇਹ ਇੱਕ ਉਸ ਦਾ ਪਿਰਥੀ ਦੀ ਸ਼ਹਾਦਤ ਦੇ ਬੈਕਡਰਾਪ ਵਿੱਚ ਉੱਥੇ ਹਾਲਾਤ ਪੈਦਾ ਹੋਏ ਸੀ, ਅਤੇ ਉੱਥੇ ਜੋ ਵੀ ਮੁਜ਼ਾਹਰਾ ਚੱਲ ਰਿਹਾ ਸੀਗਾ ਜਾਂ ਸਟੂਡੈਂਟ ਐਜੀਟੇਸ਼ਨ ਚੱਲ ਰਹੀ ਸੀ, ਅਤੇ ਇਸੇ ਦੀ ਬੈਕਡਰਾਪ ਵਿੱਚ ਜੋ ਜਸਪਾਲ ਨੇ ਕਾਫੀ ਦੇਰ ਪਹਿਲਾਂ ਇੱਕ ਪੋਸਟ ਸ਼ੇਅਰ ਕੀਤੀ ਸੀ ਕਿ ਇਹ ਜੋ ਇਹ ਨੈਕਸਟ ਲਾਈਟ ਗਰੁੱਪ ਪੈਦਾ ਹੋਏ ਆ ਅਤੇ ਇਹਨਾਂ ਨੂੰ ਬਹੁਤ ਕੁਚਲਣ ਦੀ ਲੋੜ ਹੈ, ਜਿਸ ਦੇ ਵਾਸਤੇ ਵੀ ਉਹ ਪੁਲਿਸ ਨੂੰ ਅਨਲੀਸ਼ ਉਹਨਾਂ ਨੇ ਕੀਤਾ ਸੀ। ਲੇਕਿਨ ਇਹ ਆ ਕਿ ਕੋਈ ਵੀ ਇਨਕਲਾਬੀ ਲਹਿਰ ਹੈ, ਉਹਨਾਂ ਨੂੰ ਇਹਦੇ ਵਿੱਚ ਦੀ ਗੁਜ਼ਰਨਾ ਹੀ ਪੈਂਦਾ, ਅਤੇ ਇਸ ਦੇ ਵਿੱਚ ਦੀ ਬਹੁਤ ਦ੍ਰਿੜਤਾ ਨਾਲ ਅਤੇ ਬਹੁਤ ਤਨਦੇਹੀ ਨਾਲ ਸਾਰੇ ਮੈਂਬਰ ਗੁਜ਼ਰ ਰਹੇ ਸੀਗੇ। ਅਤੇ ਇਸੇ ਤਰ੍ਹਾਂ ਜੋ ਕੁਛ ਉਹਨਾਂ ਦਿਨਾਂ ਦਾ ਫੋਲੋ ਅਪ ਹੋਇਆ, ਤਕਰੀਬਨ ਜਿਉਂ-ਜਿਉਂ ਮੂਵਮੈਂਟ ਇਹ ਲੰਮੀ ਹੁੰਦੀ ਗਈ, ਤਾਂ ਉਸ ਦੇ ਵਿੱਚ ਜੋ ਮੇਰੇ ਦੇਖਣ ਵਿੱਚ ਆਇਆ, ਜਿਸ ਵਿੱਚ ਵੀ ਵਿਦਿਆਰਥੀਆਂ ਦਾ ਗੁੱਸਾ, ਦੁੱਖ, ਅਤੇ ਉਸ ਦੇ ਨਾਲ ਇੱਕ ਹੋਰ ਬਹੁਤ ਜ਼ਿਆਦਾ ਮੰਗ ਪੈਦਾ ਹੋ ਰਹੀ ਸੀਗੀ ਕਿ ਇਹਨਾਂ ਦਾ ਬਦਲਾ ਲਿਆ ਜਾਵੇ, ਅਤੇ ਜਿੰਨੀ ਬੁਰੀ ਤਰ੍ਹਾਂ ਉਹਨਾਂ ਨੇ ਸਾਡੇ ਸਾਥੀ ਨੂੰ ਸਾਡੇ ਵਿੱਚੋਂ ਚੁੱਕਿਆ ਅਤੇ ਖ਼ਤਮ ਕੀਤਾ, ਵੀ ਉਸ ਤੋਂ ਕਈ ਗੁਣਾ ਜ਼ਿਆਦਾ ਉਸ ਦਾ ਰਿਟੈਲੀਏਸ਼ਨ ਕੀਤੀ ਜਾਵੇ। ਲੇਕਿਨ ਇਸ ਦਾ ਕੋਈ ਫੈਸਲਾ ਕਿਸੇ ਪਾਸਿਓਂ ਨਹੀਂ ਸੀ ਹੋ ਰਿਹਾ, ਅਤੇ ਅਲਟੀਮੇਟਲੀ ਵੀ ਇਹ ਗੁੱਸਾ, ਦੁੱਖ ਅਤੇ ਇਨਐਕਸ਼ਨ ਇੱਕ ਮਾਯੂਸੀ ਦੇ ਵਿੱਚ ਮੈਂ ਬਦਲਿਆ ਹੋਇਆ ਦੇਖਿਆ, ਅਤੇ ਜਿਸ ਦੇ ਵਿੱਚ ਬਹੁਤ ਸਾਥੀ ਜਿਹੜੇ ਸੀਗੇ ਮਾਯੂਸ, ਡਿਪਰੈਸ ਅਤੇ ਬੇਬਸੀ ਦਾ ਇਜ਼ਹਾਰ ਕਰਦੇ ਰਹੇ, ਅਤੇ ਲੇਕਿਨ ਉਹਨਾਂ ਦੇ ਕੋਲ ਕਰਨ ਵਾਸਤੇ ਕੁਛ ਨਹੀਂ ਸੀ, ਕਿਉਂਕਿ ਕੋਈ ਡਾਇਰੈਕਸ਼ਨ ਨਹੀਂ ਸੀ ਇਹੋ ਜਿਹੀ। ਲੇਕਿਨ ਸਰਫਸ ਦੇ ਹੇਠਾਂ ਇਸ ਦੇ ਵਿੱਚ ਹਰ ਇੱਕ, ਜਿੱਥੋਂ ਤੱਕ ਮੈਂ ਸਮਝਦਾ, ਜਾਂ ਇੱਕ ਬਹੁਤ ਵੱਡਾ ਗਰੁੱਪ ਜਿਹੜਾ ਸੀ ਸਟੂਡੈਂਟਸ ਦਾ ਇਸ ਵਾਸਤੇ ਤਿਆਰ ਸੀ ਅਤੇ ਡਿਮਾਂਡ ਕਰ ਰਿਹਾ ਸੀਗਾ, ਪਰ ਇਸ ਦੀ ਸਪੋਰਟ ਜੋ ਉੱਪਰਲੇ ਡਿਸੀਜ਼ਨ ਮੇਕਰ ਸੀਗੇ,
ਜਾਂ ਤੁਸੀਂ ਕਹਿ ਲਓ ਵੀ PSU ਦੇ ਆਈਡੀਆਲੋਗ ਪਿੱਛੇ ਹੈਂਡਲ ਕਰ ਰਹੇ ਸੀਗੇ, ਉਹਨਾਂ ਵੱਲੋਂ ਇਸ ਚੀਜ਼ ਦਾ ਫੈਸਲਾ ਨਹੀਂ ਸੀ। ਸੋ ਇਸ ਦਾ ਜਿਹੜਾ ਅਲਟੀਮੇਟਲੀ ਮੈਨੂੰ ਇਸ ਨੂੰ ਕਹਿ ਸਕਦੇ ਹਾਂ, ਹੋਰ ਵੀ ਅਨੇਕਾਂ ਕਾਰਨ ਹੋ ਸਕਦੇ ਆ ਵੀ ਜੋ PSU ਦੇ ਵਿੱਚ ਮਾਯੂਸੀ ਪੈਦਾ ਹੋਈ, ਆਉਣ ਵਾਲੇ ਸਮੇਂ 'ਚ ਉਹਦੇ ਬਹੁਤ ਸਾਰੇ ਕਾਰਕੁਨ ਜਿਹੜੇ ਸੀ ਉਹ ਕੰਮ ਛੱਡਣ ਲੱਗ ਗਏ। ਹੋਰ ਵੀ ਗੱਲਾਂ ਹੋਣਗੀਆਂ ਪਾਰਟੀ ਨਾਲ ਸੰਬੰਧਿਤ ਜਿਹੜੀਆਂ ਕਿ ਮੈਨੂੰ ਨਾ ਪਤਾ ਹੋਣ, ਲੇਕਿਨ ਜੋ PSU ਫਰੰਟ 'ਤੇ ਕੰਮ ਕਰਦੇ ਸੀਗੇ ਉਹਨਾਂ ਦੇ ਬਾਰੇ ਮੈਂ ਕਹਿ ਸਕਦਾ ਵੀ ਜਿਨ੍ਹਾਂ ਵਿੱਚੋਂ ਨਰਿੰਦਰ ਚਾਹਲ ਮਾਯੂਸ ਹੋ ਕੇ ਕੰਮ ਛੱਡ ਗਿਆ, ਉਹ ਬਲਜੀਤ ਬੱਲੀ ਉਸ ਤੋਂ ਲਗਭਗ 1 ਸਾਲ ਦੇ ਵਿੱਚ 80 ਸਾਲ ਦੇ ਵਿੱਚ ਕੰਮ ਛੱਡ ਗਿਆ। ਫਿਰ ਬਲਦੇਵ ਸਿਵੀਆ, ਉਹ ਵੀ ਫੁੱਲ ਟਾਈਮ ਕੰਮ ਕਰਦਾ ਸੀ। ਉਸ ਤੋਂ ਮਗਰੋਂ ਦਰਸ਼ਨ ਪਿੱਥੋ, ਅਜਿਹੇ ਹੋਰ ਬਹੁਤ ਸਾਰੇ ਕਾਰਕੁਨ ਹੋਣਗੇ ਜਿਨ੍ਹਾਂ ਦਾ ਕੰਮ ਛੱਡ ਦੇਣਾ ਅਤੇ PSU ਤੋਂ ਵੱਖ ਹੋ ਜਾਣਾ, ਆਪਣੀ ਨੋਰਮਲ ਜ਼ਿੰਦਗੀ ਚਲੇ ਜਾਣਾ, ਇਹ ਮੇਰੇ ਦੇਖਣ ਦੇ ਵਿੱਚ ਆਇਆ। ਅਤੇ ਇਹਦੇ 'ਚ ਪ੍ਰਿਥੀਪਾਲ ਦੀ ਸ਼ਹਾਦਤ ਜਾਂ ਉਸ ਤੋਂ ਮਗਰੋਂ ਇਨਐਕਸ਼ਨ ਕਿੰਨਾ ਕੁ ਹੈ, ਪਾਰਟਲੀ ਤਾਂ ਮੈਨੂੰ ਬਹੁਤ ਸਾਰੇ ਸਾਥੀਆਂ ਦਾ ਪਤਾ ਹੈ, ਲੇਕਿਨ ਮੈਨੂੰ ਸਾਰਾ ਨਹੀਂ ਮੈਂ ਕਹਿ ਸਕਦਾ ਕਿ ਇਹ ਉਹਦਾ ਹਿੱਸਾ ਹੋਏਗਾ। ਲੇਕਿਨ PAU ਦੇ ਵਿੱਚ ਜਿੰਨੇ ਗਰੁੱਪ ਸੀਗੇ, ਜਿੰਨੇ ਗਰੁੱਪ ਦੇ ਮੈਂਬਰ ਸੀਗੇ PSU ਦੇ, ਉਹਨਾਂ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਸਦਮਾ ਸੀ ਅਤੇ ਇਹ ਬਹੁਤ ਜ਼ਿਆਦਾ ਗੁੱਸਾ ਸੀ, ਜਿਸ ਦਾ ਅਸਰ ਇਹ ਹੋਇਆ ਕਿ PSU 'ਚ ਕਮਾਂਡ ਸਟਰਕਚਰ ਸਾਰਾ ਹੀ ਖ਼ਤਮ ਹੋ ਗਿਆ ਸੀ। ਜਸਪਾਲ ਯੂਨੀਵਰਸਿਟੀ ਦਾ ਸਟੂਡੈਂਟ ਨਹੀਂ ਰਿਹਾ ਸੀਗਾ, ਐਕਸਪੈਲ ਹੋਇਆ ਸੀ। ਅਤੇ ਉਸ ਤੋਂ ਬਾਅਦ ਵਿੱਚ ਪ੍ਰਿਥੀਪਾਲ ਉਹ ਸਾਡੇ ਵਿੱਚੋਂ ਜਾ ਚੁੱਕੇ ਸੀ। ਦੂਸਰੇ ਜੋ ਸੀਗੇ ਸਤਵੰਤ, ਸੁਰਿੰਦਰ ਚਾਹਲ, ਜਵਾਹਰ ਅਤੇ ਬਾਕੀ ਸਾਥੀ ਗੁਰਮੇਲ ਭੁੱਲਰ ਵਰਗੇ, ਇਹ ਬਹੁਤ ਡਿਪਰੈਸ ਹੋ ਚੁੱਕੇ ਸੀ। ਅਤੇ ਨਵੇਂ ਜਿਹੜੇ ਉੱਭਰਦੇ ਸਾਥੀ ਸੀਗੇ, ਜਿਸ ਤਰ੍ਹਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਨਿਰਮਲ ਸਿੰਘਾ, ਹੋਰ ਇਹ ਬਹੁਤ ਮਾਯੂਸ ਹੋ ਚੁੱਕੇ ਸੀਗੇ, ਜੋ ਕਿ ਬਹੁਤ ਇਮੋਸ਼ਨਲ ਵੀ ਸੀਗੇ। ਅਤੇ ਸੋ ਇਸ ਕਰਕੇ PAU ਦੇ ਵਿੱਚ ਇਸ ਤੋਂ ਮਗਰੋਂ ਮੈਂ ਸਮਝਦਾ ਵੀ ਪਿਰਥੀ ਦੇ ਜਾਣ ਤੋਂ ਮਗਰੋਂ ਕਮਾਂਡ ਸਟਰਕਚਰ ਖ਼ਤਮ ਹੋ ਗਿਆ। ਲੈਗੇਸੀ PAU ਦੇ ਵਿੱਚ ਇਸ ਚੀਜ਼ ਦੀ ਜਿਉਂਦੀ ਰਹੀ ਹੈ ਅਤੇ ਉਹ ਕਦੇ ਵੀ ਖ਼ਤਮ ਨਹੀਂ ਹੋਈ, ਜਿਸ ਦੀ ਰਿਫਲੈਕਸ਼ਨ 2-3 ਫਰੰਟਸ ਦੇ ਉੱਪਰ ਲਗਾਤਾਰ ਰਹੀ ਹੈ। ਕਿ ਇੱਕ ਤਾਂ ਜੋ ਸਟੂਡੈਂਟਸ ਟੀਚਰਸ ਦੇ ਵਿੱਚ ਆ ਗਏ ਸੀ, ਜਿਹਦੇ ਵਿੱਚ ਅਸੀਂ ਵੀ ਸ਼ਾਮਿਲ ਸੀ, PAU ਦੇ ਵਿੱਚੋਂ PSU ਦੀ ਬੈਕਗਰਾਊਂਡ ਵਾਲੇ ਸੀ, ਉਹ ਟੀਚਰਸ ਦੇ ਵਿੱਚ ਐਕਟਿਵ ਸੀ, ਉਹ ਵੀ ਲੈਗੇਸੀ ਉੱਥੇ ਚੱਲਦੀ ਸੀ। ਫਿਰ 1-2 ਸਾਲ ਬਾਅਦ, ਮੇਰਾ ਖਿਆਲ 82 ਜਾਂ 83 ਦੀ ਗੱਲ ਹੈ, ਇੰਜੀਨੀਅਰਿੰਗ ਕਾਲਜ ਦੇ ਵਿੱਚ ਇਹ ਇੱਕ ਕਲਾਸ ਬਹੁਤ ਬ੍ਰਿਲੀਅੰਟ ਲੈਵਲ ਦੀ ਕਲਾਸ ਸਾਹਮਣੇ ਆਈ, ਜਿਹਦੇ ਵਿੱਚ ਜਿਨ੍ਹਾਂ ਨੇ PSU ਨੂੰ ਦੁਬਾਰਾ ਸੁਰਜੀਤ ਕੀਤਾ, ਜਿਹਦੇ ਵਿੱਚ ਜਿਵੇਂ ਹਰਦੀਪ ਗਰੇਵਾਲ, ਲਖਬੀਰ, ਗੁਰਜੀਤ, ਹੋਰ ਇਹਨਾਂ ਦੇ ਕਾਫੀ ਜ਼ਿਆਦਾ ਸਾਥੀ ਮੇਰੇ ਉਹਨਾਂ ਦੇ ਨਾਮ ਚੰਗੀ ਤਰ੍ਹਾਂ ਯਾਦ ਨਹੀਂ ਆ ਰਹੇ, ਅਤੇ ਉਹ ਸਾਹਮਣੇ ਆਈ। ਇਹ ਕਲਾਸ ਬਹੁਤ ਬ੍ਰਿਲੀਅੰਟ ਕਲਾਸ ਇਹ ਸੀਗੀ, ਅਤੇ ਜਿਹੜੀ ਕਿ PSU ਦੀ ਲੈਗੇਸੀ ਨੂੰ ਅੱਗੇ ਲੈ ਕੇ ਗਈ। ਇਹ ਕੋਈ ਤਕਰੀਬਨ 83-84 ਦਾ ਪੀਰੀਅਡ ਸੀਗਾ, ਜਦੋਂ ਇੱਥੇ ਖਾਲਿਸਤਾਨੀ ਮੂਵਮੈਂਟ ਨੇ ਜ਼ੋਰ ਫੜਨਾ ਸ਼ੁਰੂ ਹੋ ਗਿਆ ਸੀ। ਅਤੇ PSU ਦੀ ਜਿਹੜਾ ਇੱਕ ਛੋਟਾ ਮੋਟਾ ਸਟਰਕਚਰ ਮੇਰਾ ਖਿਆਲ ਸ਼ੁਰੂ ਹੋਇਆ ਵੀ ਸੀ, ਜਿਹਦੇ ਵਿੱਚ ਮੈਨੂੰ ਯਾਦ ਹੈ ਕਿ ਵੇਦ ਪ੍ਰਕਾਸ਼ ਅਤੇ ਦਰਸ਼ਨ ਚਾਹਲ ਅੱਕਾਂ ਵਾਲੀ, ਇਹ ਉਸ ਦੇ ਸੈਕਟਰੀ ਮੈਂਬਰ ਵਗੈਰਾ ਸੀ ਐਗਜ਼ੈਕਟਿਵ ਦੇ, ਲੇਕਿਨ ਬਹੁਤ ਲੋ ਪ੍ਰੋਫਾਈਲ। ਅਤੇ ਜੋ ਕਮਾਂਡ ਸੈਕਟਰ ਪਾਵਰ ਸੈਂਟਰ ਸੀਗਾ, ਉਹ PSU ਦੀ ਲੈਗੇਸੀ ਦਾ ਇਸ ਤੋਂ ਵੱਖ ਸੀ, ਜਿਹਦੇ ਵਿੱਚ
ਜਗਜੀਤ, ਪ੍ਰਿਤਪਾਲ, ਪ੍ਰਵਿੰਦਰ ਸੇਖੋਂ, ਇਹ ਇੱਕ ਉਸ ਦੀ ਲੀਗੇਸੀ ਦੇ ਜਿਹੜੇ ਪਾਵਰ ਸੈਂਟਰ ਦੇ ਤੌਰ 'ਤੇ ਮੈਂ ਕਹਿ ਸਕਦਾ। ਸੋ PSU ਦੀ ਦੱਖ ਉੱਥੇ ਸੀ, ਉਸ ਦੇ ਕਾਰਕੁਨ ਉੱਥੇ ਸੀਗੇ ਸਿੱਧੇ ਤੌਰ 'ਤੇ, ਪਰ ਕਮਾਂਡ ਸਟਰਕਚਰ ਮੇਰਾ ਖਿਆਲ ਹੈ ਵੀ ਕਾਫੀ ਜ਼ਿਆਦਾ ਉਦੋਂ ਖ਼ਤਮ ਹੋ ਚੁੱਕਾ ਸੀ। ਵੀਡੀਓ ਥੋੜ੍ਹੀ ਲੰਮੀ ਹੋ ਰਹੀ ਆ, ਲੇਕਿਨ ਇਹ ਮੈਂ ਇਸ ਚੀਜ਼ ਨੂੰ ਅੱਜ ਇੱਕ ਦੋ ਹੋਰ ਚੀਜ਼ਾਂ ਐਡ ਕਰਕੇ ਖ਼ਤਮ ਕਰਨੀ ਚਾਹੁੰਦਾ ਕਿ ਲੀਗੇਸੀ ਤਾਂ ਇਸ ਦੀ ਬਹੁਤ ਦੇਰ ਤੱਕ ਉੱਥੇ ਰਹੀ ਹੈ। ਜਦੋਂ ਖਾਲਿਸਤਾਨੀ ਮੂਵਮੈਂਟ ਦਾ ਪੂਰਾ ਜ਼ੋਰ ਪੈ ਗਿਆ ਅਤੇ PAU ਦੇ ਵਿੱਚ ਇਸ ਦੀ ਪੂਰੀ ਦਹਿਸ਼ਤ ਵੀ ਪੈ ਗਈ, ਉਸ ਵੇਲੇ ਵੀ ਵੈਟਰਨਰੀ ਦੇ ਵਿੱਚ 88-89 ਦੇ ਵਿੱਚ ਇੱਕ ਗਰੁੱਪ ਦੁਬਾਰਾ ਉੱਠਿਆ ਜਿਸ ਦਾ ਨਾਮ ਸੀਗਾ ਕੁਲਦੀਪ ਗਿੱਲ, ਸ਼ਾਇਦ ਉਸ ਦਾ ਲਾਸਟ ਨਾਮ, ਗੁਰਜੀਤ ਦਾ ਭਰਾ ਸੀ ਜੋ ਇੰਜੀਨੀਅਰਿੰਗ ਕਾਲਜ ਦਾ ਸਟੂਡੈਂਟ ਸੀ, ਸਿਮਰਤ, ਕੁਛ ਇਹੋ ਜਿਹੇ ਨਾਮ ਮੈਨੂੰ ਯਾਦ ਹੈ ਜਿਨ੍ਹਾਂ ਨੇ ਸਿੱਧਾ ਖਾਲਿਸਤਾਨੀ ਜਿਹੜੇ ਸੀਗੇ ਉਹ ਵੀ ਗੁੰਡੇ ਹੀ ਸੀ, ਉਹਨਾਂ ਨੇ ਟੱਕਰ ਲਈ ਅਤੇ ਇੱਕ ਵਾਰੀ ਇਹ ਉਹਦੇ 'ਚ ਜ਼ਖਮੀ ਵੀ ਕਰਕੇ ਗਏ। ਅਤੇ ਜਿਨ੍ਹਾਂ ਦਾ ਕੰਮ ਜੋ ਸ਼ੁਰੂ ਇਸ ਗੱਲ ਤੋਂ ਹੋਈ ਸੀ ਕਿ ਉਹਨਾਂ ਨੇ ਇੱਕ ਵੈਟਰਨਰੀ ਦੇ ਟੀਚਰ ਨੂੰ ਕੁੱਟਿਆ ਸੀ ਉਸ ਦੇ ਕਲਾਸ ਦੇ ਵਿੱਚ ਜਾ ਕੇ। ਸੋ ਇਹੋ ਜਿਹੇ ਕਿਰਦਾਰ ਉਹਨਾਂ ਦੇ ਸੀਗੇ ਅਤੇ ਟੀਚਰ ਨਾਲ ਖੜ੍ਹਨ ਵਾਲੇ ਇਹ PSU ਦੇ ਲੀਗੇਸੀ ਨੂੰ ਅੱਗੇ ਲੈ ਕੇ ਜਾਣ ਵਾਲੇ ਕੁਲਦੀਪ ਹੋਣੀ ਸੀਗੇ। ਸੋ ਸਾਥੀਓ, ਜੋ ਮੇਰਾ ਖਿਆਲ ਹੈ ਵੀ ਮੂਵਮੈਂਟ ਦਾ ਪਾਰਟ ਸੀਗਾ ਐਜ਼ ਔਨ ਦਾ ਬੈਕਡਰਾਪ ਆਫ ਪ੍ਰਿਥੀਪਾਲ ਸਿੰਘ, ਉਹਨਾਂ ਦੀ ਸ਼ਹਾਦਤ ਤੋਂ ਮਗਰੋਂ, ਉਹ ਤਾਂ ਮੇਰਾ ਖਿਆਲ ਇੱਥੋਂ ਤੱਕ ਹੀ ਮੈਂ ਤੁਹਾਨੂੰ ਬਿਆਨ ਕਰ ਸਕਦਾ PAU ਦੇ ਵਿੱਚ। ਇਸ ਤੋਂ ਮਗਰੋਂ ਅਸੀਂ ਜੋ ਲੀਗਲ ਆਸਪੈਕਟ ਸ਼ੁਰੂ ਹੋਈ ਉਸ ਦੇ ਬਾਰੇ ਗੱਲ ਕਰਾਂਗੇ ਕਿ ਪ੍ਰਿਥੀਪਾਲ ਰੰਧਾਵਾ ਦਾ ਕੇਸ ਕੋਰਟ ਦੇ ਵਿੱਚ ਕਿਸ ਤਰ੍ਹਾਂ ਲੜਿਆ ਗਿਆ, ਅਤੇ ਉਸ ਨੂੰ ਅਸੀਂ ਕਵਰ ਕਰਾਂਗੇ। ਮੇਰਾ ਖਿਆਲ 1 ਜਾਂ 2 ਸਾਡੇ ਐਪੀਸੋਡ ਉਸ ਦੇ ਵਿੱਚ ਹੋਣਗੇ ਅਤੇ ਅਗਲਾ ਐਪੀਸੋਡ ਅਸੀਂ ਉਸ ਨੂੰ ਡੈਡੀਕੇਟ ਕਰਾਂਗੇ। ਮੂਵਮੈਂਟ ਦੇ ਵਿੱਚ ਜਿੰਨੀ ਕੁ ਮੇਰੀ ਯਾਦਦਾਸ਼ਤ ਦੇ ਵਿੱਚ ਚੀਜ਼ਾਂ ਪਈਆਂ ਸੀ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਅਤੇ ਸੋ ਸਾਥੀਓ, ਮੈਂ ਤੁਹਾਤੋਂ ਅੱਜ ਇਜਾਜ਼ਤ ਲੈਂਦਾ ਹਾਂ। ਐਪੀਸੋਡ ਥੋੜ੍ਹਾ ਜਿਹਾ ਇਹ ਲੰਮਾ ਹੋਇਆ, ਲੇਕਿਨ ਮੇਰਾ ਖਿਆਲ ਹੈ ਵੀ ਇਸ ਨੂੰ ਜ਼ਰੂਰੀ ਵੀ ਸੀ, ਕਿਉਂਕਿ ਇਹ ਕਈ ਚੀਜ਼ਾਂ ਅਧੂਰੀਆਂ ਮੈਂ ਨਹੀਂ ਸੀ ਛੱਡਣੀਆਂ ਚਾਹੁੰਦਾ। ਅਤੇ ਸਾਥੀਓ, ਮੈਂ ਤੁਹਾਤੋਂ ਇਜਾਜ਼ਤ ਲੈ ਕੇ ਤੁਹਾਨੂੰ ਸਾਰਿਆਂ ਨੂੰ ਲਾਲ ਸਲਾਮ ਕਹਿੰਦਾ ਹਾਂ। ਫਿਰ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ।